ਜਿਹੜਾ ਬੰਗਾਲ ਦਾ ਹਿੰਦੂ ਹੈਗਾ ਪੰਜਾਬ 'ਚ ਆ ਜੇ ਨਾ, ਉਹਨੇ ਸਾਰੀ ਉਮਰ ਮਿਨੋਰਟੀ 'ਚ ਰਹਿਣਾ। ਬਲਕਿ ਹਿੰਦੂ ਜਿਹੜਾ ਹੈਗਾ ਨਾ, ਹਿੰਦੂਇਜ਼ਮ ਜਿਹੜਾ ਹੈਗਾ, ਇਟਸ ਅ ਵੇ ਆਫ ਲਾਈਫ, ਇਟਸ ਨਾਟ ਅ ਰਿਲੀਜਨ। ਤੇ ਮੋਦੀ ਜੀ ਜਿਹੜਾ ਬੈਟ ਕਰ ਰਹੇ ਹੈਗੇ ਨੇ, ਹੀ ਇਜ਼ ਬੈਟਿੰਗ ਔਨ ਵਨ ਥਿੰਗ ਓਨਲੀ, ਕਿ ਵੀ ਜਿਹੜੇ ਹਿੰਦੂ ਵੋਟ ਹੈਗੀ ਹੈ ਉਹਨਾਂ ਤੇ ਇੰਨੀ ਦਹਿਸ਼ਤ ਪਾ ਦੇ ਵੀ ਜੇ ਮੋਦੀ ਚਲਿਆ ਗਿਆ ਮੁਸਲਮਾਨਾਂ ਨੇ ਤਾਂ ਮਾਰ ਦੇਣਾ ਇਹਨਾਂ ਨੂੰ। ਦੈਟਸ ਵਾਟ ਹੀ ਇਜ਼ ਕਾਊਂਟਿੰਗ ਔਨ। ਹੀ ਡਜ਼ਨਟ ਕੇਅਰ ਅਬਾਊਟ ਐਨੀਬਡੀ ਐਲਸ। ਪਰ ਧਾਲੀਵਾਲ ਸਾਹਿਬ, ਇਸ ਕਿਸਾਨ ਅੰਦੋਲਨ ਵਿੱਚ ਮੋਦੀ ਨੇ ਹਾਲੇ ਵੇਖਿਆ ਨਹੀਂ ਗਾ ਵੀ ਹੁਣ ਤੇ ਹਿੰਦੂ ਦੇ ਅੱਗੇ ਜਿਹੜਾ ਖਲੋਤਾ ਆ ਉਹ ਹਿੰਦੂ ਹੀ ਆ। ਉਹਨੇ ਉਦੋਂ ਹੀ ਵੱਡਾ ਟਿੱਕਾ ਲਾਇਆ। ਉਹ ਨਹੀਂ, ਗੱਲ ਇਹ ਹੈਗੀ ਜਿਹੜਾ ਕਿਸਾਨ ਅੰਦੋਲਨ ਹੈਗਾ ਤੇ ਉਹ ਸਾਰਾ ਹੈਗਾ। ਤੁਸੀਂ ਕਦੇ ਮੋਦੀ ਸਾਹਿਬ ਨੂੰ ਆਇਆ ਨੂੰ 6.5 ਸਾਲ ਹੋ ਗਏ ਨੇ ਪਾਵਰ 'ਚ, ਕਦੇ ਤੁਸੀਂ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਸੁਣੀ ਹੈ? ਨਹੀਂ, ਉਹ ਤਾਂ ਨਹੀਂ ਕਰੂਗਾ। ਕਦੇ ਉਹਨਾਂ ਨੇ ਕਿਸੇ ਦਾ ਜਵਾਬ ਦਿੱਤਾ ਹੈਗਾ? ਉਹ ਤਾਂ ਨਾ, ਜਿਸ ਤਰ੍ਹਾਂ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜੇ ਹੁੰਦੇ ਸੀਗੇ ਨਾ, ਜੋ ਉਹਨਾਂ ਨੇ ਕਹਿਤਾ ਹੈਗਾ ਵਾ ਉਹੀ ਕਾਨੂੰਨ ਹੈਗਾ, ਉਹ ਹਾਲ ਮੋਦੀ ਸਾਹਿਬ ਦਾ ਹੈਗਾ। ਹੀ ਡਜ਼ਨਟ ਕੇਅਰ। ਉਹ ਠੀਕ, ਮੈਂ ਤੁਹਾਡੀ ਪਹਿਲੀ ਗੱਲ ਦਾ ਕਹਿੰਦਾ ਸੀਗਾ ਵੀ ਕੀ ਉਹਨੂੰ ਹਾਲੇ ਦੱਸਿਆ ਨਹੀਂ ਗਿਆ ਵੀ ਇਸ ਵੇਲੇ ਹਿੰਦੂ ਹੀ ਜਿਹੜਾ ਆ ਉਹ ਵੀ ਮੇਰੇ ਖਿਲਾਫ ਜਾ ਰਿਹਾ ਹੈ ਤੇ ਮੈਂ ਕੀ ਕਰ ਰਿਹਾ। ਨਹੀਂ ਜੀ ਨਹੀਂ, ਉਹ ਇੱਥੇ ਤੱਕ ਤਾਂ ਸੋਚਦੇ ਨਹੀਂ ਹੈਗਾ। ਉਹਨੂੰ ਪਤਾ ਵੀ ਜਦੋਂ ਲੋੜ ਪੈਣੀ ਹੈਗੀ ਹੈ ਇਹਨਾਂ ਸਾਰਿਆਂ ਦੇ ਉੱਤੇ, ਉਹਨੇ ਮੁਸਲਮਾਨਾਂ ਨੂੰ ਬਿਠਾਤਾ ਵੀ ਜੇ ਮੈਂ ਚਲਾ ਗਿਆ ਤਾਂ ਤੁਹਾਨੂੰ ਇਹਨਾਂ ਨੇ ਮਾਰ ਦੇਣਾ। ਜਿਹੜਾ ਰਿਲੀਜਨ ਹੈਗਾ ਨਾ, ਇਟਸ ਵਨਸ ਪ੍ਰਾਈਵੇਟ ਥਿੰਗ। ਜਿਹੜਾ ਆਪਾਂ ਦਰਵਾਜ਼ਾ ਬੰਦ ਕਰਕੇ ਕੁਝ ਕਰਦੇ ਹੈਗੇ ਨਾ, ਦੈਟਸ ਅ ਰਿਲੀਜਨ। ਕਿਸੇ ਬੰਦੇ ਨੂੰ ਰਿਲੀਜਨ ਦੇ ਨਾਂ ਦੇ ਉੱਤੇ ਤੁਸੀਂ ਵੰਡ ਪਾਉਣੀ ਜਾਂ ਹੋਰ ਕਰਨਾ ਹੈਗਾ। ਇੱਥੇ ਅਮਰੀਕਾ 'ਚ ਕਦੀ ਸੁਣਿਆ ਕਿ ਵੀ ਇਹ ਆਪਣਾ ਕੈਥੋਲਿਕ ਹੈਗਾ, ਲੂਥਰਨ ਹੈਗਾ, ਜਾਂ ਕੋਈ ਹੋਰ ਹੈਗੇ ਨੇ, ਜਾਂ ਕੋਈ ਮੁਸਲਮਾਨ ਹੈ, ਜਾਂ ਕੋਈ ਸਿੱਖ ਹੈ, ਜਾਂ ਕੋਈ ਹਿੰਦੂ ਹੈਗਾ? ਉੱਥੇ ਸਾਰੀ ਪੋਲਿਟਿਕਸ ਹੀ ਰਿਲੀਜਨ ਦੇ ਨਾਂ ਤੇ ਚੱਲਦੀ ਹੈ। Not forever. It is starting when in India the Blue Star operation happened. There was a conspiracy, international. You can say I can tell you that there was an international conspiracy to create Delhi riots. There was an international conspiracy to. There's not a 1% reality in this. There's no international conspiracy for anything. No, not visible, not sir. Visible, non-visible ਵੀ ਨਹੀਂ ਹੈਗੀ। ਮੰਨ ਜਾਓ ਤੁਸੀਂ ਗੱਲ, ਇਹ ਤਾਂ ਜਿਹੜਾ ਕੰਮ ਹੋਇਆ ਹੈਗਾ। ਦੇਖੋ ਹੁਣ ਤੁਸੀਂ ਇੱਕ ਪਾਸੇ ਤਾਂ ਸਭ ਤੋਂ ਵੱਡਾ ਜਿਹੜਾ ਸਾਡਾ ਇਲਜ਼ਾਮ ਲੱਗ ਰਿਹਾ ਉੱਤੇ ਕਿਸਾਨਾਂ ਤੇ ਕਿ ਇਹ ਟੈਰਰਿਸਟ ਨੇ, ਇਹ ਖਾਲਿਸਤਾਨੀ ਨੇ, ਇਹੀ ਲੱਗ ਰਿਹਾ ਨਾ। ਜਦੋਂ ਤੁਸੀਂ ਹਿੰਦੂਵਾਦ ਦੀ ਗੱਲ ਕਰਦੇ ਹੋਗੇ ਹੋ, ਆਪਣਾ ਇੰਡੀਆ ਨੂੰ, ਸਾਰੇ ਇੰਡੀਆ ਨੂੰ ਕਹਿੰਦੇ ਵੀ ਹਿੰਦੂ ਰਾਸ਼ਟਰ ਹੋਊਗਾ, ਉਹ ਖਾਲਿਸਤਾਨੀ ਨਹੀਂ ਹੈਗਾ। ਮੈਂ ਨਾ ਹੀ ਬਦਲਿਆ ਨਾ। ਜਿੰਨੇ ਇੱਕ ਖਾਲਿਸਤਾਨੀ ਮਤਲਬ ਕਿ ਇਹਦੇ ਖਿਲਾਫ ਅੱਗੇ ਆਪਾਂ ਗੱਲ ਕਰ ਸਕਦੇ ਹੈਗੇ ਹਾਂ, ਉਹਨੇ ਇੱਕ ਮੋਦੀ ਦੇ ਖਿਲਾਫ ਵੀ ਇਹੀ ਗੱਲ ਹੁੰਦੀ ਹੈ। ਉਹ ਵੀ ਤਾਂ ਇਹੀ ਕਹਿ ਰਿਹਾ ਵੀ ਹਿੰਦੂ ਰਾਸ਼ਟਰ ਬਣਾਉਣਾ ਹੈਗਾ। ਉਹ ਚੀਜ਼ਾਂ ਸ਼ਾਰਟ ਟਾਈਮ ਚੱਲਦੀਆਂ ਹੁੰਦੀਆਂ ਹੈ। ਦੇਖੋ ਗੱਲ ਇਹ ਹੈ, ਚੱਲ ਰਹੀਆਂ ਨੇ ਨਾ ਸਰ। ਇਨ ਦਾ ਹਿਸਟਰੀ ਆਫ ਹਿਊਮਨ ਸੋਸਾਇਟੀ 50 year 100 year ਇਹ ਸਮਾਲ ਪੀਰੀਅਡ। ਪਹਿਲੀ ਗੱਲ ਕਿਉਂਕਿ ਅਸੀਂ ਬਹੁਤ ਕੌਨਸ਼ੀਅਸ ਲੋਕ ਹੁੰਦੇ ਹਾਂ ਜਿਹੜੇ ਅਸੀਂ ਸੈਮੀਨਾਰ ਕਰਦੇ ਹਾਂ। ਅਸੀਂ ਜ਼ਿਆਦਾ ਚੀਜ਼ ਨੂੰ ਮਤਲਬ ਜ਼ਿਆਦਾ ਇਮੋਸ਼ਨਲ ਬਣ ਜਾਂਦੇ ਹਾਂ ਜਾਂ ਡਿਸੀਜ਼ਨ ਕਰ ਲੈਂਦੇ ਹਾਂ ਵੀ ਇਹ ਏਦਾਂ ਹੋ ਰਿਹਾ। ਪਰ ਹਿਸਟਰੀ ਜਿਹੜੀ ਹੈ ਨਾ ਬੜੀ ਲੰਬੀ ਹੈ ਲਾਈਫ ਦੀ। ਤੁਸੀਂ ਪਾਰਟੀਸ਼ਨ ਦੇ ਪੀਰੀਅਡ ਤੋਂ ਟਿਲ ਟੂਡੇ ਇੰਡੀਆ ਦੀ ਸਿਚੁਏਸ਼ਨ ਦੇਖੋ। ਜਿਹੜਾ ਹਿੰਦੂ ਕੰਸੋਲੀਡੇਸ਼ਨ ਹੈ ਉਹਨੇ ਹੁਣ ਦੇਖੋ, ਬੰਗਾਲੀ ਹਿੰਦੂ ਡਿਫਰੈਂਟ ਹੈ, ਕੇਰਲਾ ਦਾ ਹਿੰਦੂ ਡਿਫਰੈਂਟ ਹੈ, ਤਾਮਿਲਨਾਡੂ ਦਾ ਹਿੰਦੂ ਡਿਫਰੈਂਟ ਹੈ। ਮੈਂ ਤਾਮਿਲਨਾਡੂ ਦਾ ਪੋਲੀਟੀਕਲ ਸਟਰਕਚਰ ਸਟੱਡੀ ਕਰ ਰਿਹਾ ਸੀ ਵੀ ਤਾਮਿਲਨਾਡੂ ਦੇ ਅੰਦਰ ਹੁਣ ਜਿਹੜੀ ਸਟੇਟ ਪਾਵਰ ਹੈ ਉਹ ਡਿਫਰੈਂਟ ਬੰਦਿਆਂ ਕੋਲ ਆਣੀ ਹੈ, ਐਂਟੀ ਬੀਜੇਪੀ ਆਏਗੀ। ਬੰਗਾਲੀ ਹਿੰਦੂ ਟੋਟਲੀ ਡਿਫਰੈਂਟ ਬਿਹੇਵ ਕਰਦਾ। ਇਹ ਜਿਹੜਾ ਸੈਂਟਰਲ ਇੰਡੀਆ ਹੈ, ਪ੍ਰੋਬਲਮ ਇਹਦੀ ਹੈ, ਜਿਹਦੇ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਯੂਪੀ, ਬਿਹਾਰ, ਇਹਦੇ 'ਚ ਬੀਜੇਪੀ ਨੇ ਕੰਸੋਲੀਡੇਟ ਕੀਤਾ ਹੈ। ਉਹ ਹੁਣ ਬ੍ਰੇਕ ਹੋਣਾ ਕਿਉਂਕਿ ਤੁਸੀਂ ਐਕਸਪੀਰੀਅੰਸ ਤੋਂ ਚੀਜ਼ਾਂ ਲਰਨ ਕਰਕੇ ਉਹਨੂੰ ਬਦਲ ਸਕਦੇ ਹੋ। ਸੋ ਕਿਸਾਨ ਮੂਵਮੈਂਟ ਇਜ਼ ਅ ਸਟੈਪ ਟੁਵਰਡਸ ਦੈਟ। ਵਿਨੋਦ ਜੀ, ਆਪਾਂ ਕਦੀ ਪਹਿਲਾਂ ਮਿਲੇ ਨਹੀਂ ਹੈਗੇ। ਯੂ ਡੋਂਟ ਨੋ ਮੀ ਐਂਡ ਆਈ ਡੋਂਟ ਨੋ ਯੂ। ਪਰ ਜਿਹੜੀ ਮੇਰੀ ਬੇਨਤੀ ਹੈਗੀ ਹੈ ਨਾ, ਆਈ ਡੋਂਟ ਨੋ ਟੂ ਮਚ ਅਬਾਊਟ ਦੀ ਅਦਰ ਸਟੇਟਸ। ਮੈਂ ਪੰਜਾਬ ਬਾਰੇ ਕਹਿ ਸਕਦਾ, ਜਿਹੜਾ ਪੰਜਾਬ ਦਾ ਹਿੰਦੂ ਤੇ ਸਿੱਖ ਹੈਗਾ, ਉਹ ਜਿਹਨੂੰ ਆਪਾਂ ਕਹਿੰਦੇ ਨੌ ਮਾਸ ਦਾ ਰਿਸ਼ਤਾ, ਉਹ ਹੈਗਾ। ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਕੱਢ ਦਿਓ, ਕੋਈ ਨਹੀਂ ਬਚਦਾ। ਹਿੰਦੂਆਂ ਨੂੰ ਕੱਢ ਦਿਓ, ਕੋਈ ਨਹੀਂ ਬਚਦਾ। ਹਿੰਦੂ ਤੇ ਸਿੱਖ ਜਿਹੜੇ ਹੈਗੇ ਨੇ ਮਤਲਬ ਕਿ ਉਹ ਭੈਣ ਭਰਾਵਾਂ ਨੂੰ ਵੀ ਜ਼ਿਆਦਾ ਗੂੜਾ ਰਿਸ਼ਤਾ ਹੈਗਾ, ਉਹਨੂੰ ਅੱਡ ਕਰੇ ਨਹੀਂ ਸਕਦੇ ਤੁਸੀਂ। ਆਪਾਂ ਪੰਜਾਬ ਦੇ ਹਿੰਦੂ ਨੂੰ ਜੱਟ ਬਾਹਮਣ ਕਹਿੰਦੇ ਹੁੰਦੇ ਨੇ। ਜੱਟ ਬਾਹਮਣ
ਹੈ ਹੀ ਸਾਡੇ ਵਿੱਚ। ਦੇਖੋ ਆਪਣੇ ਆਪਣੇ ਮੈਨੂੰ ਨਹੀਂ ਪਤਾ ਕਿੰਨੇ ਕੁ ਪਿੰਡਾਂ ਚੋਂ ਆਇਆ, ਮੈਂ ਪਿੰਡ ਚੋਂ ਆਇਆ ਹੈਗਾ। ਪਿੰਡਾਂ ਦੇ ਵਿੱਚ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਕਣਕ ਤੋਲਦੇ ਕੋਈ ਵੀ ਚੀਜ਼ ਦਾ ਬੋਹੜ ਲੱਗਦਾ ਸੀਗਾ, ਪਹਿਲਾਂ ਬਾਹਮਣ ਨੂੰ ਜਾਂਦਾ ਸੀਗਾ, ਫਿਰ ਤਖਾਣਾ ਨੂੰ, ਫਿਰ ਝੂੜਿਆਂ ਨੂੰ, ਫਿਰ ਸਾਰਿਆਂ ਨੂੰ ਮਤਲਬ ਕਿ ਦੇਣ ਤੋਂ ਬਾਅਦ ਜਿਹੜੀ ਬਚਦੀ ਸੀ ਉਹ ਜੱਟ ਦੇ ਹਿੱਸੇ ਹੁੰਦੀ ਹੈ। ਹਾਲੇ ਕੱਲ ਤੱਕ ਧਾਲੀਵਾਲ ਸਾਹਿਬ ਇਸੇ ਪਰਿਵਾਰ ਦੇ ਵਿੱਚੋਂ ਹੀ ਇੱਕ ਬੰਦਾ ਜਿਹੜਾ ਉਹ ਸਿੱਖ ਪਰਿਵਾਰ ਨਾਲ ਹੈਗਾ। ਹੁਣ ਬੜੀਆਂ ਇਹਨਾਂ ਦੀਆਂ ਇੰਟਰ ਮੈਰਿਜਸ ਨੇ, ਅੱਧੀਆਂ ਫੈਮਿਲੀਜ਼ ਜਿਹੜੀਆਂ ਨੇ ਉਹ ਸਿੱਖ ਨੇ, ਅੱਧੀਆਂ ਹਿੰਦੂ ਨੇ। ਹਾਂਜੀ ਹਾਂ, ਇਹ ਤਾਂ ਸਿਰਫ 9 ਮਾਸ ਦਾ ਨਹੀਂ, ਰੋਟੀ ਬੇਟੀ ਦਾ ਵੀ ਜਿਹੜਾ ਜਿੰਨਾ ਇੰਟਰਕਨੈਕਟਡ ਹੈਗੀ ਆ ਪੰਜਾਬ ਦੇ ਵਿੱਚ ਹੈਗਾ। ਇਹ ਬਾਹਰ ਦਾ ਸਾਨੂੰ ਪਤਾ ਨਹੀਂ ਕੀ ਆ ਕੀ ਨਹੀਂ ਹੈਗਾ ਜੀ। ਮੈਂ ਸਾਰੇ ਇਹ ਗੱਲ ਦੱਸਣੀ ਹੈ ਕਿ ਅਨਫੋਰਚੂਨੇਟ ਪਾਰਟ ਹੈ ਕਿ ਜਿਹੜਾ ਮਾਡਰਨ ਸਿੱਖ ਸੀ ਨਾ ਪੰਜਾਬ ਦੇ ਅੰਦਰ, ਮਾਡਰਨ ਲਿਬਰਲ ਸਿੱਖ, ਜਿਸ ਦੌਰ 'ਚ ਸਾਰਾ ਫਿਨੋਮੀਨਾ ਪੰਜਾਬ 'ਚ ਹੋਇਆ, ਉਹਦੀ ਪ੍ਰੋਬਲਮ ਇਹ ਸੀ ਕਿ ਉਹ ਕਿੱਧਰ ਜਾਏ, ਐਕਸਟ੍ਰੀਮਿਜ਼ਮ ਵੱਲ ਜਾਏ ਜਾਂ ਲਿਬਰਲਿਜ਼ਮ ਵੱਲ ਜਾਏ। ਕਿਉਂਕਿ ਜੇ ਲਿਬਰਲ ਗਰੁੱਪ ਨਹੀਂ ਪੈਦਾ ਹੁੰਦੇ, ਜੇ ਉਹਦੇ 'ਚ ਰਾਈਟ, ਤੁਸੀਂ ਰਾਈਟ ਨੂੰ ਰਾਈਟ ਨਹੀਂ ਕਹਿੰਦੇ, ਰੋਂਗ ਨੂੰ ਰੋਂਗ ਨਹੀਂ ਕਹਿੰਦੇ, ਫਿਰ ਕਮਿਊਨਿਟੀ ਦੇ ਅੰਦਰ ਬਹੁਤ ਡਿਵੀਜ਼ਨ ਹੁੰਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਸਾਡੇ ਬ੍ਰਦਰ ਹੋਰੀ, ਉਹਨਾਂ ਦੀ ਦੁਰਾਏ ਸਟੀਲ ਮਿਲ ਇੱਕ ਸਿੱਖ ਫੈਮਿਲੀ ਨਾਲ ਜੁਆਇੰਟ ਸੀ। ਹਾਂਜੀ, ਉਹ ਇਕੱਠਾ ਸਰੀਆ ਬਣਾਉਂਦੇ ਸੀ ਦੁਰਾਏ 'ਚ, ਮੰਗਟ ਇੰਡਸਟਰੀ ਵਾਲੇ, ਮੰਗਟ। ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ। ਫਿਰ ਇੱਕ ਪੰਜਾਬ 'ਚ ਪੀਰੀਅਡ ਆਇਆ ਜਦੋਂ ਸਾਰੇ ਗੜਬੜ ਹੋਈ, ਉਹ ਚੰਡੀਗੜ੍ਹ ਸ਼ਿਫਟ ਕਰ ਗਏ। ਹਾਂਜੀ, ਮੈਂ USA ਆ ਗਿਆ, ਮੇਰੇ ਮਕਾਨ 'ਚ ਸ਼ਿਫਟ ਕਰ ਗਏ, ਉਹਨਾਂ ਨੇ ਚੰਡੀਗੜ੍ਹ ਫੈਕਟਰੀ ਲੈ ਲਈ। ਇੱਕ ਬਹੁਤ ਡਿਵੀਜ਼ਨ ਸੀ, ਇਟ ਇਜ਼ ਅ ਫੈਕਟ ਆਫ ਲਾਈਫ। ਹਾਂਜੀ, ਪਰ ਹੁਣ ਜਿੱਦਾਂ ਜਿੱਦਾਂ ਸਿਚੁਏਸ਼ਨ ਨੇ ਚੇਂਜ ਹੋਣਾ ਹੈ, ਉਹ ਡਿਵੀਜ਼ਨ ਘਟੀ ਹੈ। ਲਿਬਰਲ ਪੰਜਾਬੀ, ਜਿਹਦੇ ਵਿੱਚ ਸਾਰਾ ਕਿਸਾਨ ਲਿਬਰਲ ਹੈ, ਪਰ ਪੋਲੀਟੀਕਲ ਲੀਡਰਸ਼ਿਪ ਲਿਬਰਲ ਨਹੀਂ ਸੀ। ਜਿਹੜੀ ਪੰਜਾਬ ਦੇ ਅੰਦਰ ਸਿੱਖ ਪੀਜੈਂਟਰੀ ਸੀ, ਉਹਦੀ ਲੀਡਰਸ਼ਿਪ ਅਕਾਲੀ ਦਲ ਕੋਲ ਸੀ। ਕਾਂਗਰਸ ਉਹਦੇ ਚੋਂ 18-20% ਵੋਟਾਂ ਲੈਂਦੀ ਸੀ। ਬਾਦਲ ਗਰੁੱਪ ਹੋਰੀ 35, 38, 40, 30, 32% ਪਲੱਸ ਸ਼ਹਿਰੀ ਜਿਹੜਾ ਬੀਜੇਪੀ ਦਾ ਹਿੰਦੂ ਰਲ ਕੇ ਸਰਕਾਰ ਬਣਦੀ ਸੀ। ਆਪਾਂ ਇਹਨੂੰ ਗਰਾਊਂਡ ਤੋਂ ਕ੍ਰਿਟੀਕਲ ਐਨਾਲਿਸਿਸ ਕਰਾਂਗੇ। ਜਿਹੜੀ ਕਿਸਾਨਾਂ ਦੀ ਮੂਵਮੈਂਟ ਨੇ ਕੀ ਕੀਤਾ ਕਿ ਜਿਹੜਾ ਲਿਬਰਲ ਸਿੱਖ ਹੈ, ਮੈਜੋਰਟੀ ਆਫ ਸਿੱਖਸ, ਉਹਨਾਂ ਦੀ ਬਹੁਤ ਯੂਨਿਟੀ ਸਿਮੈਂਟਡ ਹੋਏਗੀ ਆਉਣ ਵਾਲੇ ਟਾਈਮ 'ਚ, ਔਰ ਦੈਟ ਵਿਲ ਗਿਵ ਏ ਫੋਰਚੂਨ ਟੂ ਦ ਨਿਊ ਪੋਲਿਟਿਕਸ ਇਨ ਪੰਜਾਬ। ਕਿਉਂਕਿ ਪੰਜਾਬ ਦੇ ਅੰਦਰ ਨया ਪੋਲਿਟਿਕਸ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ। ਜਿਹੜੀ ਟ੍ਰੈਡੀਸ਼ਨਲ ਪਾਰਟੀਆਂ ਹੈ, ਬੀਜੇਪੀ ਐਂਡ ਕਾਂਗਰਸ, ਸੌਰੀ ਅਕਾਲੀ ਐਂਡ ਕਾਂਗਰਸ, ਇਹਨਾਂ ਦਾ ਡੈਸੀਮੇਸ਼ਨ ਹੋਣਾ ਪੰਜਾਬ 'ਚ ਜ਼ਰੂਰੀ ਹੈ। ਇਸ ਕਰਕੇ ਇਹ ਜਿਹੜੀ ਮੂਵਮੈਂਟ ਨੇ ਇੱਕ ਜਿਹੜੀ ਵੰਡਰਫੁਲ ਚੀਜ਼ ਕੀਤੀ ਹੈ ਕਿ ਲੋਕਾਂ ਦੀ ਬੇਸਿਕ ਯੂਨਿਟੀ ਜਿਹੜੀ ਹੈ ਉਹ ਜਿਹੜੀ ਡਿਵੈਲਪ ਹੋਏਗੀ, ਜਿਹੜੀ ਬ੍ਰੇਕ ਹੋਈ ਹੈ। ਸੋ ਦੈਟ ਇਜ਼ ਅ ਗੁੱਡ ਥਿੰਗ ਹੈਪਨਿੰਗ ਇਨ ਪੰਜਾਬ। ਕੁਐਸਚਨ ਆਏ ਨੇ ਜਿਹੜੇ ਕਿ ਮੇਰੇ ਸਾਹਮਣੇ ਹੈਗੇ ਨੇ ਕਿ ਹਾਊ ਆਵਰ ਓਨ ਫਿਊ ਪੀਪਲ ਹਾਈਜੈਕਡ ਫਾਰਮਰਸ ਰੈਲੀ ਟੂ ਰੈਡ ਫੋਰਟ। ਥੋੜਾ ਜਿਹਾ ਕੁਐਸਚਨ ਆ ਰਿਹਾ ਹੈਗਾ, ਇਹਦੇ ਵਿੱਚ ਆਪਦੇ ਵਿਊ ਨੇ, ਕੋਈ ਕਿਸੇ ਨੇ ਕੁਝ ਕਹਿ ਰਿਹਾ ਤੇ ਫਾਈਨ, ਆਪਾਂ ਉਹਦੇ ਵਿੱਚ ਡਿਟੇਲ 'ਚ ਨਹੀਂ ਜਾਵਾਂਗੇ, ਥੋੜਾ ਆਈਡੀਆ। ਦੂਸਰਾ ਹੈਗਾ ਅਨਫੋਲਡ ਕੇਸਰੀ ਫਲੈਗ ਐਟ ਰੈਡ ਫੋਰਟ ਹੈ ਜਿਹੜਾ, ਉਹਦੇ ਵਿੱਚ ਸਲੋਗਨ ਆਫ ਰਾਜ ਕਰਿਆ ਖਾਲਸਾ ਲਾਏ। ਚਲੋ ਐਕਟਰ ਦੀਪ ਸਿੱਧੂ also involved in that, and then he helped to give somebody Kesari flag. It has happened, what is there. Then now question comes, who is responsible? कुछ अपने अपने व्यू ने, कोई कह रहे दीप सिद्धू है, लखा सिधाना और सवर्ण सिंह पंधेर, or maybe police knowingly did it, government did it. This is a question raised also. ਹੁਣ ਮੋਦੀ ਜੀ ਨੇ ਨਵਾਂ ਕੰਮ ਅੱਜ ਕੀਤਾ ਹੈਗਾ ਜਿਹੜਾ ਉਹਨਾਂ ਨੇ ਬੜੇ ਚਿਰ ਤੋਂ ਬੋਲੇ ਨਹੀਂ ਸੀਗੇ। ਉਹਨਾਂ ਨੇ ਅੱਜ ਪਹਿਲੀ ਵਾਰੀ ਮੈਨੂੰ ਲੱਗਦਾ ਕਾਫੀ ਚਿਰ ਤੋਂ ਬੋਲੇ ਨੇ, ਬਾਅਦ ਨਵੇਂ ਸਾਲ ਦੇ ਵਿੱਚ ਵੀ ਜੇ ਬੋਲਿਆ ਤਾਂ ਪਹਿਲੀ ਵਾਰੀ ਉਹਨਾਂ ਨੇ ਇਹੀ ਕਿਹਾ ਹੈਗਾ ਕਿ he is committed to modernizing agriculture and taking many steps to this regard. Currently was very pained and dishonored to tricolor on Republic Day. Prime Minister on the road front incident. ਸੋ ਸਿੰਘ ਜੀ ਨੇ ਵੀ ਕੋਸ਼ਿਸ਼ ਕੀਤੀ ਆ ਵੀ ਮੈਂ ਕਾਲ ਕਰਕੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਾਂ। ਬਾਕੀ ਸੁਖਬੀਰ ਜੀ ਵੀ ਗਏ ਨੇ, ਉਹਨਾਂ ਨੇ ਬੜੀ ਉਹਨੂੰ ਨਰੇਸ਼ ਨੂੰ ਮਿਲੇ ਆ, ਉਹਨੂੰ ਬੜਾ ਹੌਸਲਾ ਦਿੱਤਾ ਕਿ ਵੀ ਵਿਲ ਹੈਲਪ ਯੂ ਆਲ ਦੈਟ ਅਰਾਊਂਡ ਦੇਅਰ। ਅੱਛਾ, ਬਾਕੀ ਰਾਜਸਥਾਨ ਦਾ ਚੀਫ ਮਿਨਿਸਟਰ ਆ, ਉਹਨੇ ਵੀ ਬੜੀ ਅੱਛੀ ਸਟੇਟਮੈਂਟ ਦਿੱਤੀ ਆ ਕਿ ਮੋਦੀ ਮਸਟ ਥਿੰਕ ਇਮੀਡੀਏਟਲੀ ਸਮਥਿੰਗ ਐਜ਼ ਏ NRI। ਵੀ ਗੈਵ ਏ ਗੁੱਡ ਸੁਜੈਸ਼ਨ, ਗੁੱਡ ਆਈਡੀਆਜ਼, ਵਟ ਐਵਰ ਵੀ ਫੀਲ ਇਟ। ਮੈਂ ਸਟਾਰਟ ਕਰਾਂਗਾ, ਤੁਸੀਂ 4-5 ਕੁਐਸਚਨ ਹੈਗੇ ਜਿੰਨਾ ਵੀ ਤੁਸੀਂ ਕਰ ਸਕਦੇ ਹੋ।
ਦਰਸ਼ਨ ਜੀ ਤੁਸੀਂ ਉੱਪਰ ਹੀ ਬੈਠੇ ਹੋ, ਧਾਲੀਵਾਲ ਸਾਹਿਬ ਤੁਸੀਂ ਸਟਾਰਟ ਕਰ ਦਿਓ। ਦੇਖੋ ਜੀ, ਇਹ ਤਾਂ ਬੜੀ ਸਿੱਧੀ ਜੀ ਗੱਲ ਹੈਗੀ ਹੈ, ਦੋ ਤਿੰਨ ਗੱਲਾਂ ਹੈਗੀਆਂ ਨੇ। ਜਿਹੜਾ ਤਾਂ 26 ਜਨਵਰੀ ਵਾਲਾ ਹੋਇਆ ਹੈਗਾ, ਅੱਜ ਤੱਕ ਜਿਹੜੀ ਮੇਰੇ ਆਪਣੇ ਵਿਊ ਹੈਗੇ ਨੇ, ਕਿਸੇ ਦੇ ਹੋਰ ਦੇ ਨਹੀਂ ਹੈਗੇ ਇਹ, ਹਾਂਜੀ ਕਿ ਆਪਣੇ ਚੋਂ ਹੀ ਬੰਦੇ ਨੇ ਜਿਹੜੇ ਵਿਕਦੇ ਰਹਿੰਦੇ ਨੇ। ਹੁਣ ਵੀ ਉਹਨਾਂ ਨੂੰ ਮੌਕਾ ਮਿਲ ਗਿਆ ਹੈਗਾ, ਉਹਨਾਂ ਨੇ 2-3 ਬੰਦੇ ਸਾਡੇ ਖਰੀਦ ਲਏ ਤੇ ਉਹਦੇ ਕਰਕੇ ਸਾਰੀ ਗੜਬੜ ਹੋਈ ਹੈਗੀ ਹੈ। ਜਿਹੜੀ ਦੂਜੀ ਗੱਲ ਤੁਸੀਂ ਤਿਰੰਗੇ ਵਾਲੀ ਗੱਲ ਕਰ ਰਹੇ ਹੋਗੇ ਹੋ, ਮੈਨੂੰ ਇੱਕ ਚੀਜ਼ ਦੱਸੋ ਕਿ ਬੀਜੇਪੀ ਹੀ ਇੱਕ ਪਾਰਟੀ ਹੈਗੀ ਹੈ ਜਿਹੜੇ ਕਿ ਆਪਣੇ ਹੈੱਡ ਆਫਿਸ ਦੇ ਉੱਤੇ ਤਿਰੰਗਾ ਨਹੀਂ ਚੜਾਉਂਦੀ ਸੀਗੀ। ਪਿਛਲੇ ਥੋੜੇ ਜਿਹੇ ਸਾਲਾਂ ਤੋਂ ਸ਼ੁਰੂ ਕੀਤਾ ਇਹਨਾਂ ਨੇ, ਪਹਿਲਾਂ ਉਸ ਤੋਂ ਪਹਿਲਾਂ ਦਾ ਇਹਨਾਂ ਦਾ ਆਪਣਾ ਹੀ ਝੰਡਾ ਛੱਡਦਾ ਸੀਗਾ। ਮੈਨੂੰ ਵੀ ਨਹੀਂ ਹੁਣ ਤੱਕ ਪਤਾ ਸੀ, ਮੈਨੂੰ ਵੀ ਕੱਲ ਪਰਸੋਂ ਪਤਾ ਲੱਗਿਆ ਕਿ ਇਹ ਬੀਜੇਪੀ ਹਲੇ ਤਿਰੰਗਾ ਚੜ੍ਹਦੇ ਹੀ ਨਹੀਂ ਆਪਣੇ ਦਫ਼ਤਰ 'ਚ, ਹੁਣੇ ਥੋੜੇ ਜਿਹੇ ਸਾਲਾਂ ਤੋਂ ਚੜ੍ਹਨ ਲੱਗੇ ਨੇ। 1971 ਤੋਂ ਬਾਅਦ ਚੜ੍ਹਨ ਲੱਗੇ। ਹਾਂਜੀ, ਪਹਿਲਾਂ ਇਹ ਤਿਰੰਗਾ ਚੜ੍ਹਦੇ ਹੀ ਨਹੀਂ ਸੀਗੇ, ਬਲੇ ਜਿਸ ਤਿਰੰਗੇ ਦੀ ਇਹਨਾਂ ਨੇ ਇੰਨਾ ਸੀਗਾ ਤੇ ਪਹਿਲਾਂ ਸ਼ੁਰੂ ਤੋਂ ਨਹੀਂ ਕੀਤਾ ਹੈਗਾ ਜੀ। ਤੇ ਜਿਹੜੀਆਂ ਇਹ ਹੈਗੀਆਂ, ਤੁਸੀਂ ਹੁਣ ਆਪਣੇ ਵਿੱਚੋਂ ਵਿਗੇ ਹੈਗੇ ਨੇ, ਉਹਨਾਂ ਦਾ ਹੁਣ ਕੋਈ ਇਲਾਜ ਨਹੀਂ ਹੈਗਾ, ਤਾਂ ਸਾਡਾ ਆਪਣਾ ਕਸੂਰ ਹੈਗਾ। ਔਰ ਜਿਹੜੀ ਗੱਲ ਪਹਿਲਾਂ ਗੱਲ ਹੋ ਰਹੀ ਸੀਗੀ ਕਿ ਵੀ ਜਿਹੜੀ ਕਾਂਗਰਸ ਤੇ ਅਕਾਲੀ ਦਲ ਉੱਥੋਂ ਖਤਮ ਹੋਣ ਵਾਲਾ ਹੈਗਾ, ਮੈਂ ਹੁਣ ਉੱਥੋਂ ਹੀ ਆਇਆ, ਪਿੱਛੇ 5-7 ਦਿਨ ਹੋਏ ਨੇ ਆਏ ਨੂੰ। ਮੈਂ ਬੈਠੇ ਵੀ ਧਰਨੇ ਤੇ ਹੀ ਰਿਹਾ, ਉੱਥੇ ਅਸੀਂ ਬੜਾ ਵੱਡਾ ਟੈਂਟ ਲਾਏ ਨੇ, ਲੰਗਰ ਚਲਾਇਆ ਹੈਗਾ। ਉੱਥੇ ਸਾਰੀਆਂ ਗੱਲਾਂ ਹੀ ਆਪਣੇ ਅਕਾਲੀ ਦਲ ਦੀਆਂ ਆਉਂਦੀਆਂ ਨੇ। ਜਿਹੜਾ ਅਕਾਲੀ ਦਲ ਹੈਗਾ ਉਹ ਹੈ ਹੀ ਕਿਸਾਨਾਂ ਦਾ ਹੈਗਾ, ਉਹ 'ਚ ਹੋਰ ਕੌਣ ਹੈਗਾ? ਇਹ ਮੈਂ ਅਕਾਲੀ ਦਲ ਦੇ ਨਾਲ ਲੱਗਿਆ ਸੀਗਾ ਜੀ, ਸੱਚੀ ਗੱਲ ਦੱਸਾਂ, ਅਸੀਂ ਪਹਿਲਾਂ ਪੋਲਿਟਿਕਸ ਨਹੀਂ ਸੀਗੇ। ਅਕਾਲੀ ਦਲ ਦੇ ਵਿੱਚ ਮੇਰਾ ਲੱਗਣ ਦਾ ਇੱਕੋ ਇੱਕ ਕਾਰਨ ਸੀਗਾ, ਬਾਦਲ ਸਾਹਿਬ ਦੀ ਸਿਆਣਪ ਦੇਖ ਕੇ। ਉਹਨਾਂ ਨੇ ਜਿਹੜੇ ਬੀਜੇਪੀ ਤੇ ਅਕਾਲੀ ਦਲ ਨੂੰ ਇਕੱਠੇ ਕੀਤਾ ਸੀਗਾ ਨਾ, 84 ਦੇ ਵਿੱਚ ਦੋਨਾਂ ਕਮਿਊਨਿਟੀਆਂ ਦੇ ਵਿੱਚ ਬੜਾ ਵੱਡਾ ਫਰਾਡ ਪੈ ਗਿਆ ਸੀਗਾ। ਕਦੇ ਵਿਆਹ ਜਾਂਦੇ ਸੀਗੇ, ਇੱਕ ਖੂੰਜੇ 'ਚ ਅਕਾਲੀ ਖੜੇ ਹੁੰਦੇ ਸੀਗੇ, ਦੂਜੇ 'ਚ ਹਿੰਦੂ ਖੜੇ ਹੁੰਦੇ ਸੀਗੇ। ਜਿਹੜੀ ਬੀਜੇਪੀ ਤੇ ਅਕਾਲੀ ਦਲ ਇਕੱਠੇ ਕੀਤੇ ਸੀਗੇ, ਬਾਦਲ ਸਾਹਿਬ ਦੀ ਸੋਚ ਸੀਗੀ, ਤੇ ਉਹਦੇ ਨਾਲ ਇਹ ਦੋਨੇ ਕਮਿਊਨਿਟੀ 'ਚ ਇਕੱਠੀਆਂ ਹੋ ਗਈਆਂ ਨੇ। ਤੇ ਹੁਣ ਫੇਰ ਇਹ ਮੋਦੀ ਸਾਹਿਬ ਦੀ ਮਿਹਰਬਾਨੀ ਹੋਣ ਲੱਗੀ ਹੈ ਕਿ ਇਹਨਾਂ ਨੂੰ ਫੇਰ ਅੱਡ ਕਰਨ ਲੱਗੇ ਨੇ। ਅੱਛਾ, ਇਹਦੇ ਵਿੱਚ ਤੁਸੀਂ ਕਿਹੜੇ ਨੂੰ, ਕੋਈ ਦੀਪ ਸਿੱਧੂ ਤੇ ਜਿਹੜਾ ਸਰਬਣ ਸਿੰਘ ਪੰਧੇਰ ਆ, ਮੈਂ ਉਹਦੇ ਵਿਊ ਵੀ ਕਰ ਸਕਦਾ ਹੈਗਾ ਲੇਟੋਂ, ਇਹਦੇ ਵਿੱਚ ਤੁਸੀਂ ਕੀ ਫੀਲ ਕਰਦੇ ਹੋ ਧਾਲੀਵਾਲ ਸਾਹਿਬ? ਹਾਂਜੀ ਦੱਸੋ ਜੀ। ਦੀਪ ਸਿੱਧੂ ਤੇ ਲੱਖਾ ਨੂੰ ਛੱਡੋ ਪਰੇ, ਸਵਰਨ ਸਿੰਘ ਪੰਧੇਰ, ਇਹਦਾ ਪਾਰਟ ਕੀ ਹੈ? ਐਨਆਰਆਈ ਕੀ ਫੀਲ ਕਰਦੇ ਆ ਵਰਲਡ ਵਾਈਡ? ਤੁਸੀਂ ਵੀ ਕੀ ਫੀਲ ਕਰਦੇ ਹੋ ਕਿ ਇਸ ਬੰਦੇ ਨੂੰ ਰਿਜ਼ਾਈਨ ਕਰਨਾ ਚਾਹੀਦਾ, ਜਾਂ ਇਹਨੂੰ ਐਵੇਂ ਹੀ ਇਹ ਕੰਮ ਫੇਰ ਅਗਲੇ ਮਹੀਨੇ ਫੇਰ 15 ਦਿਨ ਨੂੰ ਫੇਰ ਕੰਮ ਇਹੀ ਸ਼ੁਰੂ ਹੋ ਜੂ ਕੋਈ ਨਾ ਕੋਈ ਕਿਸੇ ਪਾਸੇ ਨੂੰ? ਉਹਦਾ ਬੰਨਵੇ ਚੱਲ ਰਿਹਾ ਪਹਿਲੇ ਦਿਨ ਤੋਂ ਹੀ। ਮੈਂ ਤਾਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਮੈਂ ਕਿਸੇ ਨੂੰ ਵੀ ਨਹੀਂ ਜਾਣਦਾ, ਸੱਚੀ ਗੱਲ ਇਹ ਹੈਗੀ ਹੈ। ਜਿੰਨਾ ਚਿਰ ਤੁਸੀਂ ਨਹੀਂ ਜਾਣਦੇ ਕਿਸੇ ਨੂੰ, ਪਰ ਇਹ ਗੱਲ ਬਿਲਕੁਲ ਸਾਹਮਣੇ ਆਈ ਹੈ ਵੀ ਜਿਹੜਾ ਇਹ ਥੋੜਾ ਦੀਪ ਸਿੱਧੂ ਸੀਗਾ, ਇਹ ਜ਼ਰੂਰ ਵਿਕਿਆ ਹੈਗਾ। ਮਤਲਬ ਕਿ ਕਾਮਨ ਸੈਂਸ ਹੈਗੀ ਹੈ, ਨਹੀਂ ਕੋਈ ਵੀ ਬੰਦਾ ਜਿਹੜਾ ਉਹਨੇ ਕੰਮ ਕੀਤਾ ਨਹੀਂ ਕਰਦਾ ਸੀਗਾ। ਰਾਈਟ, ਠੀਕ ਹੈ ਜੀ। ਮੈਂ ਉੱਥੇ ਵਿੱਚ ਬੈਠ ਕੇ ਦੇਖ ਕੇ ਆਇਆ, ਉੱਥੇ ਤਾਂ ਰੱਬ ਵਰਤ ਰਿਹਾ ਸੀਗਾ। ਬਿਲਕੁਲ ਠੀਕ ਹੈ ਤੁਸੀਂ, ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਮੈਨੂੰ 1 ਮਿੰਟ ਦਵਾ ਨਾ, ਮੈਂ 2-3 ਗੱਲਾਂ ਐਗਜ਼ਾਮਪਲਾਂ ਦੇਣੀਆਂ ਚਾਹੁੰਦਾ। ਬਿਲਕੁਲ। ਮੈਂ ਉੱਥੇ ਬੜਾ ਵੱਡਾ ਟੈਂਟ ਲਾ ਕੇ ਆਇਆ, ਲੰਗਰ ਚਲਾ ਕੇ ਆਇਆ। ਹਾਂਜੀ ਆਪਣਾ ਲੰਗਰ ਵੀ ਟੈਂਟ ਵੀ ਉੱਥੇ ਸਾਰਿਆਂ ਨਾਲੋਂ ਵੱਡਾ ਹੈਗਾ। 26 ਜਨਵਰੀ ਤੋਂ ਪਹਿਲਾਂ ਆਪਣਾ 23 ਜਨਵਰੀ ਤੱਕ ਉੱਥੇ 500-1000 ਬੰਦਾ ਲੰਗਰ ਛਕਦਾ ਸੀਗਾ। 24, 25, 26 ਨੂੰ ਉੱਥੇ ਲੱਖਾਂ 'ਚ ਹੀ ਬੰਦੇ ਹੋ ਗਏ। ਭਲੇ ਬਹੁਤ ਬੰਦੇ, ਇੰਨੀ ਇੱਕਦਮ ਇੰਨੇ ਬੰਦੇ ਵੱਧ ਜਾਣੇ ਲੰਗਰ 'ਚ, ਉਹਨੂੰ ਕੰਟਰੋਲ ਕਰਨਾ ਬੜਾ ਔਖਾ ਸੀਗਾ। ਮੈਂ ਇੱਥੇ ਆ ਗਿਆ ਸੀ, ਮੇਰਾ ਛੋਟਾ ਭਰਾ ਚਰਨਜੀਤ ਉੱਥੇ ਸੀਗਾ। ਰਾਤ ਨੂੰ 2 ਵਜੇ ਲੰਗਰ ਚੱਲ ਰਿਹਾ, ਤੇ ਜਿਹੜੇ ਬੰਦੇ ਲੰਗਰ ਬਣਾ ਰਹੇ ਸੀਗੇ ਉਹ ਆ ਕੇ ਉਹਨੂੰ ਕਹਿਣ ਲੱਗੇ, ਸਾਹ ਜੀ ਕਿ ਲੰਗਰ ਖਤਮ ਹੋਣ ਲੱਗਿਆ, ਹੁਣ ਆਪਾਂ ਲੰਗਰ ਬੰਦ ਕਰ ਦਈਏ। ਔਰ ਲਾਈਨ ਬੜੀ ਲੰਬੀ ਲੱਗੀ ਸੀਗੀ। ਲਾਈਨ ਬੜੀ ਲੰਬੀ ਸੀਗੀ। ਉਹ ਕਹਿੰਦੇ ਆਪਾਂ ਲੰਗਰ ਬੰਦ ਕਰ ਦਈਏ ਹੁਣ। ਇਹ ਸਵੇਰ ਦੇ 2 ਵਜੇ ਦੀ ਗੱਲ ਹੈਗੀ ਹੈ। ਤੁਸੀਂ ਯਕੀਨ ਨਹੀਂ ਕਰੋਗੇ, 5 ਮਿੰਟਾਂ ਦੇ ਅੰਦਰ ਅੰਦਰ ਹੀ ਇੱਕ ਬਾਬਾ ਆਇਆ, ਉਹ ਕਹਿੰਦਾ ਜੀ ਮੈਂ ਪਿੰਡੋਂ 30-40 ਹਜ਼ਾਰ ਪ੍ਰਸ਼ਾਦੇ ਬਣਾ ਕੇ ਲੈ ਕੇ ਆਇਆ। ਉਹ ਬਤਾ ਦਿਓ ਇੱਥੇ ਜੀ। ਮਤਲਬ ਕਿ ਉਹ ਪਤਾ ਨਹੀਂ ਕਿੱਥੋਂ ਆਇਆ, ਕੌਣ ਸੀ ਕੌਣ ਨਹੀਂ ਸੀਗਾ, ਪਰ ਉਹ ਪ੍ਰਸ਼ਾਦੇ ਦੇ ਗਿਆ। ਉਸ ਤੋਂ ਅਗਲੇ ਦਿਨ ਕੀ ਗੱਲ ਹੋਈ, ਉਹਦੀ ਕਾਰ 'ਚ ਉਹਦਾ ਕੋਟ ਪਿਆ ਸੀਗਾ, ਕੋਟ 'ਚ ਉਹਦੇ ਪੈਸੇ ਸੀਗੇ। ਉਹਦੀ ਬੇਟੀ ਉਹ ਕਾਰ ਦਿੱਲੀ ਲੈ ਗਈ, ਉੱਥੇ ਖੜਾ ਸੀਗਾ ਉਹ। ਸ਼ਾਮ ਨੂੰ 5-6 ਵਜੇ ਜਿਹੜੇ ਹਲਵਾਈ ਸੀਗੇ ਉਹ ਕਹਿਣ ਲੱਗੇ, ਸਾਹ ਜੀ ਆਪਣੇ ਚੌਲ ਖਤਮ ਹੋ ਗਏ ਨੇ। ਮਤਲਬ ਚੌਲ ਖਤਮ ਹੋਣ ਲੱਗੇ ਨੇ, ਪਰ ਚੌਲ ਮੰਗਵਾਉਣੇ ਨੇ ਹੋਰ। ਉਹਨੇ ਦੇਖਿਆ ਪੈਸਾ ਮੇਰੇ ਕੋਲ ਹੈ ਨਹੀਂ। ਤੁਸੀਂ ਮੰਨੋਗੇ ਨਹੀਂ, ਗੁਰਮੁਖੀ ਸੌ ਸੱਚੀ ਗੱਲ ਹੈਗੀ ਹੈ ਇਹ।
5 ਮਿੰਟਾਂ ਦੇ ਵਿੱਚ ਇੱਕ ਬਾਬਾ ਆ ਕੇ ਕਹਿੰਦਾ ਜੀ ਮੇਰੇ ਕੋਲ ਲੱਖ ਰੁਪਈਆ ਹੈਗਾ, ਲੈ ਲਓ ਤੁਸੀਂ। ਮਤਲਬ ਕਿ ਲੱਖ ਰੁਪਈਆ ਇੰਡੀਆ ਦੇ ਵਿੱਚ ਕੋਈ ਛੋਟੀ ਰਕਮ ਨਹੀਂ ਹੈਗੀ। ਕਾਫੀ ਵੱਡੀ ਹੈ। ਰਾਈਟ। ਔਰ ਇੱਕ ਸਧਾਰਨ ਆਦਮੀ ਨੂੰ ਜਾ ਕੇ ਇਸ ਤਰ੍ਹਾਂ ਫੜਾਉਣੀ ਕੋਈ ਮਾਮੂਲੀ ਗੱਲ ਨਹੀਂ ਹੈਗੀ। ਮੇਰਾ ਤੁਹਾਨੂੰ ਕਹਿਣ ਦਾ ਮਤਲਬ ਇਹ ਹੈਗਾ ਕਿ ਉੱਥੇ ਬਿਲਕੁਲ ਇਹ ਜਿਵੇਂ ਬਾਬੇ ਨਾਨਕ ਦਾ ਲੰਗਰ ਸੀਗਾ ਨਾ, ਉਹ ਹਾਲ ਹੈਗਾ ਉੱਥੇ। ਕੋਈ ਉਹੋ ਜਿਹੀ ਗੱਲ ਨਹੀਂ ਹੈਗੀ। ਜਿਹੜੀਆਂ ਇਹ ਗੱਲਾਂ ਨੇ ਨਾ ਉੱਥੇ ਕਿ ਵੀ ਕਾਂਗਰਸ ਅਕਾਲੀਆਂ ਵਾਲੀਆਂ, ਹੋਰ ਬੰਦੇ ਤਾਂ ਸਾਰੇ ਉਹੀ ਨੇ। ਪਾਰਟੀਆਂ ਬੰਦੇ ਦੀ ਚੇਂਜ ਚੂੰਜ ਦੀ ਹੋ ਸਕਦੀ ਹੈ, ਪਾਰਟੀ ਤਾਂ ਮਾੜੀ ਨਹੀਂ ਕੋਈ ਵੀ। ਉਹੀ ਗੱਲ ਮੈਂ ਪੁੱਛਣੀ ਚਾਹੁੰਦਾ ਸਾਂ ਇਹਦੇ ਫਾਲੋ ਅਪ ਦੇ ਤੌਰ ਤੇ, ਤੁਸੀਂ ਕਿਉਂਕਿ ਉੱਥੇ ਤੁਸੀਂ ਰਹਿ ਕੇ ਆਏ ਹੋ, ਤੁਸੀਂ ਆਖਿਆ ਉੱਥੇ ਰੱਬ ਵਰਤਣ ਵਾਲੀ ਗੱਲ ਆ। Do you think there is a new, ਮੈਨੂੰ ਨਾ ਕਈ ਵਾਰੀ ਕੋਈ ਬੰਦਾ ਜਦੋਂ ਪੁੱਛਦਾ ਹੁੰਦਾ ਵੀ ਇਹਦੇ ਵਿੱਚੋਂ ਨਵੀਂ ਲੀਡਰਸ਼ਿਪ ਨਿਕਲੇਗੀ ਇਸ ਘੋਲ ਚੋਂ, ਤੇ ਮੈਨੂੰ ਯਾਦ ਹੈ ਮੈਂ ਉਹਨੂੰ ਆਖਿਆ ਵੀ ਇਹ ਤੇ ਨਹੀਂ ਮੈਨੂੰ ਪਤਾ ਵੀ ਨਵੀਂ ਲੀਡਰਸ਼ਿਪ ਨਿਕਲੂ ਕਿ ਨਹੀਂ, ਪਰ ਨਵਾਂ ਵੋਟਰ ਜ਼ਰੂਰ ਨਿਕਲੂ ਉਹਦੇ ਚੋਂ। ਉਹ ਬੰਦਿਆਂ ਦੀ ਕੁਝ ਇਸ ਤਰ੍ਹਾਂ ਦੀ ਹੈ, ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਕੋਈ ਸਮਝ? ਦੇਖੋ ਜੀ, ਉੱਥੇ ਤਾਂ ਬਿਲਕੁਲ ਹੀ ਜਿਵੇਂ ਕਹਿੰਦੇ ਨੇ ਨਾ, ਸਤਿਯੁਗ ਵਰਤ ਰਿਹਾ ਹੈਗਾ। ਕੋਈ ਕਿਸੇ ਨਾਲ ਕੋਈ ਲਾਗੇ ਲਾਗਬਾਜੀ ਨਹੀਂ ਹੈਗੀ, ਕੋਈ ਕਿਸੇ ਨੂੰ ਉੱਚਾ ਨਹੀਂ ਬੋਲਦਾ ਹੈਗਾ, ਸਵੈ ਪਿਆਰ ਤੋਂ। ਅਸੀਂ ਜਿਹੜਾ ਲੰਗਰ ਲਾਇਆ ਸੀਗਾ ਉਹ ਸਿੰਘੂ ਬਾਰਡਰ ਤੇ ਲਾਇਆ ਸੀਗਾ। ਇੱਕ ਦਿਨ ਮੈਂ ਚਲਿਆ ਗਿਆ ਦੂਜੇ ਪਾਸੇ ਟਿਕਰੀ ਬਾਰਡਰ ਤੇ, ਬੜਾ ਲੰਬਾ ਹੈਗਾ। ਮੈਂ ਆਪਣੀ ਜ਼ਿੰਦਗੀ 'ਚ ਇੰਨਾ ਪਿਆਰ ਨਹੀਂ ਲੋਕਾਂ 'ਚ ਦੇਖਿਆ। ਇੱਥੇ ਨਾ ਆਪਾਂ ਆਪਣੇ ਗੁਆਂਢ ਬਾਹਰ ਨਿਕਲ ਜਾਂਦੇ ਹਾਂ, ਕੋਈ ਵੀ ਗੋਰਾ ਆਪਾਂ ਨੂੰ ਦੇਖ ਕੇ ਲੰਘਦਾ, ਉਹ ਆਪਾਂ ਨੂੰ ਹੈਲੋ ਕਹਿੰਦਾ, ਮਤਲਬ ਕੋਈ ਨਾ ਕੁਝ ਕਹਿ ਕੇ ਜਾਂਦਾ। ਆਪਣੇ ਗੁਆਂਢੀਆਂ ਜਿਹੜੇ ਨੇਬਰਹੁੱਡ ਹੈਗੇ ਆਪਾਂ ਇੱਥੇ, ਸਾਡੇ ਮਿਡਵੈਸਟ ਦੇ ਵਿੱਚ ਤਾਂ ਬਹੁਤ ਹੈਗਾ। ਉਹੀ ਗੱਲ ਉੱਥੇ ਸੀਗੀ, ਕੋਈ ਮੈਨੂੰ ਨਹੀਂ ਜਾਣਦਾ ਸੀਗਾ, ਮੈਂ ਕਿਸੇ ਨੂੰ ਨਹੀਂ ਜਾਣਦਾ ਸੀਗਾ। ਸਾਰੇ ਉੱਠ ਕੇ ਮਤਲਬ ਕਿ ਗਲ ਜੱਫੀ ਪਾ ਕੇ, ਆਓ ਜੀ ਮੇਰੇ ਕੋਲ ਚਾਹ ਪੀਓ ਜੀ। ਜਿਸ ਤਰ੍ਹਾਂ ਆਪਾਂ ਨਾ ਘਰੇ ਆਏ ਪ੍ਰਾਹੁਣੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਉਹ ਮਾਹੌਲ ਆ ਉੱਥੇ। ਫਿਰ ਇਸੇ ਬੇਸ ਤੇ ਕੋਈ ਆਪਣੀ ਭਵਿੱਖਬਾਣੀ ਕਰੋ। ਹਾਂਜੀ, ਇਸੇ ਬੇਸ ਤੇ ਜੋ ਕੁਝ ਵੇਖ ਕੇ ਆਏ ਤੁਹਾਡੀ ਭਵਿੱਖਬਾਣੀ ਕੀ ਹੈ? ਸਾਹਿਬ ਨਾ ਤਾਂ ਮੈਂ ਪੋਲੀਟੀਸ਼ੀਅਨ ਆ, ਨਾ ਮੈਂ ਹੋਰ, ਤੇ ਮੈਂ ਤਾਂ ਜੋ ਦੇਖ ਕੇ ਆਏ, ਅੱਖੀਂ ਦੇਖ ਕੇ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਹਾਂਗਾ। ਤੇ ਇਹ ਤਾਂ ਹੁਣ ਤੁਸੀਂ ਸਿਆਣੇ ਹੋ, ਤੁਸੀਂ ਕਰ ਸਕਦੇ ਹੋ। ਕੀ ਵਿਰੋਧ ਜੀ ਕੁਐਸਚਨ ਕਰਨਾ, ਤੁਸੀਂ ਕੁਐਸਚਨ ਕਰਨਾ, ਸੁਜੈਸ਼ਨ ਨਹੀਂ ਦੇਣੇ ਹਜੇ, ਪਲੀਜ਼ ਲੇਟਰ ਔਨ। ਭਵਿੱਖਬਾਣੀ ਤਾਂ ਪਿਛੋਰੇ ਤੇਰੇ ਕੋਲੇ ਆ, ਤੇ ਆਪਣੇ ਜੋਸ਼ਨ ਕੋਲੇ ਆ, ਤੇ ਵਿਨੋਦ ਕੋਲੇ ਆ। ਚਲੋ ਵਿਨੋਦ ਜੀ ਕੁਐਸਚਨ। ਜਿਹੜੀ ਇਹਨਾਂ ਨੇ ਕਹੀ ਹੈ ਗੱਲ ਦਰਸ਼ਨ ਜੀ ਨੇ, ਕਿ ਬੀਜੇਪੀ ਅਕਾਲੀ ਇਕੱਠੇ ਹੋ ਗਏ, ਬੇਸਿਕ ਕੰਟਰਡਿਕਸ਼ਨ ਅੱਜ ਐਗਜ਼ਿਸਟ ਕਰਦੀ ਹੈ, ਔਰ ਪਹਿਲਾਂ ਵੀ ਸੀ। ਉਹ ਇਸ ਕਰਕੇ ਇਕੱਠੇ ਹੋਏ ਸੀ, ਐਂਟੀ ਕਾਂਗਰਸਿਜ਼ਮ। ਸੋ ਕੀ ਤੁਹਾਡੇ ਇੰਡੀਆ ਦੀ ਜਿਹੜੀ ਥਾਟ ਪ੍ਰੋਸੈਸ ਹੈ, ਇਕਨੋਮੀ ਦੀ, ਰਿਲੀਜਨ ਦੀ, ਉਹਦੇ ਤੇ ਇਕੱਠੇ ਸੀਗੇ? ਨੈਵਰ ਐਵਰ। ਬਿਲਕੁਲ ਗਲਤ ਹੋ ਤੁਸੀਂ, ਬਿਲਕੁਲ ਹੀ ਗਲਤ ਹੋ, 100% ਗਲਤ ਹੋ ਤੁਸੀਂ। ਆਈ ਡੋਨਟ ਨੋ ਕਿ ਤੁਸੀਂ ਕਦੋਂ ਤੋਂ ਇੰਡੀਆ ਤੋਂ ਆਏ ਹੋ, ਕਦੋਂ ਕਿੰਨੀ ਵਾਰ ਜਾਣੇ ਹੋ, ਕਿੰਨੇ ਜਾਂਦੇ। ਸਰ ਜਸਟ 1 ਮਿੰਟ ਮੈਂ ਇੰਡੀਆ ਹਰ 2-4 ਮਹੀਨੇ ਜਾਣਾ। ਉਹ ਸਰ ਮੈਂ 1 ਮਿੰਟ ਸੁਣ ਲਓ। ਮੈਂ DAV ਕਾਲਜ ਚੰਡੀਗੜ੍ਹ ਨੂੰ 2008 ਤੱਕ ਰਿਹਾ, 1970 ਜੁਆਇਨ ਕੀਤਾ। ਪੰਜਾਬ ਮੈਂ ਪੰਜਾਬ ਦੇ ਕਾਲੀਆਂ ਦਾ ਜਨਰਲ ਸੈਕਟਰੀ ਰਿਹਾ, ਟੀਚਰਸ ਖਾਲਸਾ ਕੋਲ ਜਿਹਨੇ ਵੀ ਟੀਚਰਸ ਬੋਡੀ ਸੀ, ਕਾਲੀ ਟੀਚਰ। ਹਾਂਜੀ, ਸਾਡੀ ਯੂਨੀਵਰਸਿਟੀ ਟੀਚਰ ਨਾਲ ਬੜੀ ਕਲੋਜ਼ ਬੋਡੀ ਸੀ। ਇਸ ਕਰਕੇ ਮੈਂ ਵੀ ਪੰਜਾਬ ਦਾ ਪੋਲਿਟਿਕਸ ਜਾਣਨਾ। ਮੈਂ ਐਵਰੀ ਈਅਰ ਇੰਡੀਆ ਜਾਣਾ। ਮੈਂ ਇੱਥੇ USA। ਬਰੋ ਜੀ ਤੁਹਾਡੇ ਵਿਊ ਹੈਗੇ ਆ, ਡੋਨਟ ਨੀਡ ਦੈਟ। ਬਰੋ ਜੀ ਤੁਹਾਡੇ ਵਿਊ ਹੈਗੇ, ਇਹਨਾਂ ਦੇ ਆਪਣੇ ਵਿਊ, ਦੈਟਸ ਫਾਈਨ। ਐਨੀਬਾਡੀ ਅਗਰ ਕੁਐਸਚਨ, ਐਨੀਬਾਡੀ ਪਲੀਜ਼। ਅਮਰੀਕ ਜੀ, ਬਲਜਿੰਦਰ ਜੀ, ਪਲੀਜ਼ ਬਲਜਿੰਦਰ ਜੀ। ਸਾਰਿਆਂ ਨੂੰ ਟਾਈਮ ਦੇ ਕੇ, ਸਾਰਿਆਂ ਨੂੰ ਟਾਈਮ ਦਿਓ ਯਾਰ। ਬਲਜਿੰਦਰ। ਹਾਂਜੀ, ਧਾਲੀਵਾਲ ਸਾਹਿਬ ਨਵੇਂ ਨੇ, ਨਾਲੇ ਇੰਡੀਆ ਤੋਂ ਤਾਜ਼ੇ ਆਏ ਨੇ, ਤੇ ਇਹਨਾਂ ਨਾਲ ਗੱਲਬਾਤ ਕਰੋ। ਦੇਖੋ, ਜਿਹੜਾ ਇਹ ਬਹੁਤ ਖੁਸ਼ੀ ਦੀ ਗੱਲ ਆ ਜਿਹੜੀ ਆਪਾਂ ਧਾਲੀਵਾਲ ਸਾਹਿਬ ਤੋਂ ਸੁਣੀ ਆ, ਕਿ ਜਿਹੜਾ ਉੱਥੇ ਮਾਹੌਲ ਇੰਨਾ ਅੱਛਾ ਬਣਿਆ ਹੋਇਆ, ਇਹ ਬਹੁਤ ਅੱਛੀ ਗੱਲ ਆ। ਤੇ ਇਹ ਇਸੇ ਕਰਕੇ, ਇਸ ਮਾਹੌਲ ਕਰਕੇ ਤੇ ਆਪਣੀ ਲੀਡਰਸ਼ਿਪ ਦਾ ਮੈਸੇਜ ਨੂੰ ਉਹ ਐਕਸੈਪਟ ਕਰਦੇ ਆ ਕਿ ਹਾਂ ਆਪਾਂ ਪੀਸਫੁਲ ਰਹਿਣਾ। ਉਹ ਮੈਸੇਜ ਦੀ ਐਕਸੈਪਟੈਂਸ ਤੇ ਆਪ ਦਾ ਪਿਆਰ ਸਾਨੂੰ ਸਕਸੈਸ ਵੱਲ ਲਿਜਾ ਰਿਹਾ, ਉਹ ਅੱਛੀ ਗੱਲ ਆ। ਪਰ ਉਹ ਸਾਡੀ ਜਿਹੜੀ ਇਹ ਸਕਸੈਸ ਆ, ਇਹੀ ਗਵਰਨਮੈਂਟ ਨੂੰ ਪਸੰਦ ਨਹੀਂ। ਉਹਨਾਂ ਨੇ ਪਲਾਨ ਕੀਤੀ ਵੀ ਇਹ ਟ੍ਰੈਡੀਸ਼ਨਲੀ ਆਪਾਂ ਇਉਂ ਨਹੀਂ ਬਿਹੇਵ ਕਰਦੇ, ਟ੍ਰੈਡੀਸ਼ਨਲੀ ਤਾਂ ਆਪਾਂ ਗੁੱਸੇ ਹੋ ਜਾਂਦੇ ਆ ਫਟਾਫਟ। ਸੋ ਉਹਨਾਂ ਨੇ ਆਖਿਆ ਵੀ ਇਹ ਬੰਦੇ ਠੰਡੇ ਬੈਠੇ ਆ, ਇਹਨਾਂ ਦੇ ਵੀ ਗੜਬੜ ਕਰੀਏ। ਆ ਜਿਹੜਾ ਤਿਰੰਗੇ ਵਾਲੀ ਗੱਲ ਕੀਤੀ ਆ, ਉਹਨਾਂ ਨੇ ਪਲਾਨਡ ਸੀ ਸਾਰੀ ਇਹ ਗੱਲ। ਉਹਦੇ ਚੋਂ ਆਪਣਾ ਬੰਦਾ, ਮੈਂ ਕੋਈ
ਮੈਨੂੰ ਕੋਈ ਡਬਲ ਲੈਂਗੁਏਜ ਬੋਲਣ ਦੀ ਆਦਤ ਨਹੀਂ। ਜਿਹੜਾ ਆਪਣਾ ਪ੍ਰਦੇਸ਼ ਸੀਗਾ ਉਹਨੂੰ ਰਾਤ ਨੂੰ 11 ਵਜੇ ਆ ਕੇ ਪੁਲਿਸ ਦੇ ਸੀਨੀਅਰ ਅਫਸਰ ਨੇ ਉਹਦੇ ਨਾਲ ਗੱਲਬਾਤ ਕੀਤੀ ਹੈ, ਜਾਂ ਪੈਸੇ ਦਿੱਤੇ ਜਾਂ ਕੋਈ ਲਾਲਚ ਦਿੱਤਾ। ਉਹਨੇ ਬਾਕੀ ਜਿਹੜੀ ਮੈਂਬਰਸ਼ਿਪ ਸੀ ਉਹਨਾਂ ਨਾਲੋਂ ਰਲ ਕੇ ਉਹਨੇ ਆਪ ਦਾ ਗਰੁੱਪ 8 ਵਜੇ ਪਹਿਲਾਂ ਮੂਹਰੇ ਲਾ ਲਿਆ ਤੇ ਉਹਨੂੰ ਪੁਲਿਸ ਨੇ ਗਾਈਡ ਕੀਤਾ, ਉਧਰ ਸਾਰੇ ਲੈ ਕੇ ਗਏ ਨੇ। ਉਹ ਕੰਪਲੀਟਲੀ ਪ੍ਰੀ ਪਲਾਨਡ ਦੇ ਨਾਲ ਇਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਆਈ ਥਿੰਕ ਮੈਂ ਇੱਕ ਗੱਲ ਦਾ ਬਲੀਵ ਕਰਦਾ ਵੀ ਅਕਾਲ ਪੁਰਖ ਦੀ ਮਿਹਰ ਹੋਈ ਆ ਕਿ ਜਿਹੜਾ ਬਾਕੀ ਦੇ ਗਰੁੱਪ ਸੀ ਉਹ ਤਿੱਕੜੀ ਵਾਲੇ ਤੇ ਸਿੰਘੂ ਵਾਲੇ ਉੱਥੇ ਨਹੀਂ ਗਏ ਤੇ ਆਪਣਾ ਕਰਕੇ ਵਾਪਸ ਆ ਗਏ ਆ। ਸਾਡਾ ਬਹੁਤ ਵੱਡਾ ਬਚਾਅ ਹੋ ਗਿਆ। ਸੋ ਆਈ ਥਿੰਕ ਮੈਂ ਹੁਣੇ ਫਿਨਿਸ਼ ਕਰ ਦਿੰਦਾ। ਪਰ ਹੁਣ ਪ੍ਰੋਬਲਮ ਇਹ ਆ ਗਈ ਆ ਕਿ ਜਿਹੜੀ 2024 ਦੀ ਇਲੈਕਸ਼ਨ ਆ ਰਹੀ ਆ ਉਹ ਈਵੀਐਮ ਮਸ਼ੀਨ ਨਾਲ ਹੋਣੀ ਆ ਤੇ ਈਵੀਐਮ ਮਸ਼ੀਨ ਦੀ ਇੰਟਰਨੈਟ ਨਾਲ ਕਨੈਕਟਡ ਹੋਊਗੀ। ਤੁਸੀਂ ਘਰੋਂ ਵੋਟ ਕਰ ਸਕੋਗੇ ਔਰ ਜਦ ਤੱਕ ਉਹ ਚੇਂਜ ਨਹੀਂ ਨਾ ਹੁੰਦੀ ਕਿਸੇ ਪੋਲੀਟੀਸ਼ੀਅਨ ਨੂੰ ਚੇਂਜ ਹੋਣ ਦੀ ਲੋੜ ਨਹੀਂ। ਬੀਜੇਪੀ ਕੈਨ ਵੀ ਗਵਰਨਮੈਂਟ ਦੇ ਵਿੱਚ ਹੋ ਸਕਦੀ ਹੈ ਅਗਲੇ 20 ਸਾਲਾਂ ਦੀ। ਇਹ ਹੁਣ ਇਹ ਨਵਾਂ ਜਿਹੜਾ ਅਸੀਂ ਜੇ ਜਿੱਤ ਵੀ ਜਾਂਦੇ ਆ, ਸਾਡੇ ਤਿੰਨੋਂ ਫਾਰਮ ਐਕਟ ਚੇਂਜ ਵੀ ਹੋ ਜਾਂਦੇ ਆ ਨਾ, ਤਾਂ ਵੀ ਜਿਹੜਾ ਬੀਜੇਪੀ ਹੈ ਜਿਹੜੀ ਨਾ ਉਹ ਤਾਂ ਹੀ ਪਹਿਲੀ ਤਾਂ ਗੱਲ ਉਹਨਾਂ ਨੇ ਚੇਂਜ ਤਾਂ ਕਰਨੀ ਸੀ ਜੋ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਥ੍ਰੈਟ ਹੁੰਦੀ। ਉਹ ਇਲੈਕਸ਼ਨ ਦੀ ਜਿਹੜੀ ਥ੍ਰੈਟ ਆ ਨਾ ਉਹਦਾ ਇੰਤਜ਼ਾਮ ਪਹਿਲਾਂ ਕਰ ਲਿਆ ਉਹਨਾਂ ਨੇ ਈਵੀਐਮ ਤੇ ਇੰਟਰਨੈਟ ਦੇ ਨਾਲ। ਸੋ ਇਸ ਕਰਕੇ ਉਹਨਾਂ ਨੂੰ ਇਲੈਕਸ਼ਨ ਦੀ ਥ੍ਰੈਟ ਨੂੰ ਕੰਟਰੋਲ ਕਰ ਲਈ ਆ। ਇਹ ਹੁਣ ਲੰਬਾ ਮਾਮਲਾ ਹੋਣਾ ਤਾਂ ਚਲੋ ਆਪਾਂ ਹੋ ਸਕਦਾ ਆਪਣੇ ਜਿਸ ਤਰ੍ਹਾਂ ਵੀ ਚੱਲ ਰਿਹਾ ਹੋਪਫੁਲੀ ਆਸ ਕਰਦੇ ਹਾਂ ਵੀ ਇਹ ਆਪਾਂ ਠੀਕ ਹੋ ਜਾਊਗਾ।